ਪਹਿਲਾ ਪੰਜਾਬੀ ਵਿੱਚ ਸੱਚੀਆਂ ਡਰਾਵਨੀਆਂ ਕਹਾਣੀਆਂ ਵਾਲਾ ਇੱਕ ਚੈਨਲ ਜ਼ਰੂਰ ਦੇਖੋ ਅਤੇ ਸਬਸਕ੍ਰਾਈਬ ਕਰਨਾ ਨਾ ਭੁੱਲੋ। ਤੁਹਾਡੇ ਭਰਾ ਨੂੰ ਤੁਹਾਡੇ ਸਹਿਯੋਗ ਦੀ ਲੋੜ ਹੈ। ਹੌਰਰ ਸਟੋਰੀਜ਼ ਇਨ ਪੰਜਾਬੀ YouTube ਚੈਨਲ ਨੂੰ ਦਿਲ ਖੋਲ ਕੇ ਸਬਸਕ੍ਰਾਈਬ ਕਰੋ। ਦੋਸਤੋ, ਇਸ ਕਹਾਣੀ ਦਾ ਸਹੀ ਮਜ਼ਾ ਲੈਣ ਲਈ ਹੈੱਡਫੋਨਸ ਜ਼ਰੂਰ ਲਗਾਓ। ਇਹ ਸੱਚੀ ਘਟਨਾ ਹੈ ਜਿਸ ਨੂੰ ਆਪਣੀਆਂ ਅੱਖਾਂ ਦੇ ਸਾਹਮਣੇ ਘਟਦਾ ਹੋਇਆ ਮਹਿਸੂਸ ਕਰੋ। ਤਾਂ ਫਿਰ ਦੇਰੀ ਨਾ ਕਰਦੇ ਹੋਏ ਸ਼ੁਰੂ ਕਰਦੇ ਹਾਂ ਇਸ ਕਹਾਣੀ ਨੂੰ। ਇਹ ਕਹਾਣੀ ਮੈਂ ਆਪਣੇ ਪਿੰਡ ਦੇ ਇੱਕ ਬਜ਼ੁਰਗ ਤੋਂ ਸੁਣੀ ਸੀ ਜੋ ਕਲਕੱਤਾ ਵਿੱਚ ਕੰਮ ਕਰਦੇ ਸੀ। ਇੱਕ ਵਾਰ ਦੀ ਗੱਲ ਹੈ, ਕੁਝ ਅੰਗਰੇਜ਼ ਸ਼ਿਕਾਰੀ ਭਾਰਤ ਦੇ ਇੱਕ ਜੰਗਲ ਵਿੱਚ ਸ਼ਿਕਾਰ ਕਰਨ ਗਏ। ਉਸ ਜੰਗਲ ਦੇ ਬਾਹਰ ਇੱਕ ਡਾਕ ਬੰਗਲਾ ਸੀ, ਪਰ ਇੱਕ ਵੱਡਾ ਅੰਗਰੇਜ਼ ਅਫਸਰ ਪਹਿਲਾਂ ਹੀ ਉਸ ਵਿੱਚ ਠਹਿਰਿਆ ਹੋਇਆ ਸੀ। ਇਸ ਲਈ ਇਨ੍ਹਾਂ ਅੰਗਰੇਜ਼ ਸ਼ਿਕਾਰੀਆਂ ਨੂੰ ਜੰਗਲ ਦੇ ਵਿਚਕਾਰ ਬਣੇ ਇੱਕ ਪੁਰਾਣੇ ਡਾਕ ਬੰਗਲੇ ਵਿੱਚ ਰਹਿਣਾ ਪਿਆ। ਇਸ ਡਾਕ ਬੰਗਲੇ ਦਾ ਰਖਵਾਲਾ ਆਪਣੇ ਪਰਿਵਾਰ ਸਮੇਤ ਰਹਿੰਦਾ ਸੀ ਅਤੇ ਡਾਕ ਬੰਗਲੇ ਵਿੱਚ ਰਹਿ ਕੇ ਲੋਕਾਂ ਦੀ ਸੇਵਾ ਕਰਦਾ ਸੀ। ਇਸ ਰਖਵਾਲੇ ਦੇ ਪਰਿਵਾਰ ਵਿੱਚ ਉਸ ਦੀ ਪਤਨੀ ਅਤੇ ਕਰੀਬ 14-15 ਸਾਲ ਦੀ ਇਕਲੌਤੀ ਲੜਕੀ ਸੀ। ਇੱਕ ਸ਼ਾਮ ਜਦੋਂ ਅੰਗਰੇਜ਼ ਸ਼ਿਕਾਰੀ ਸ਼ਿਕਾਰ ਕਰਕੇ ਵਾਪਸ ਡਾਕ ਬੰਗਲੇ ਵਿੱਚ ਆਏ ਤਾਂ ਉਹ ਇਸ਼ਨਾਨ ਕਰਕੇ ਪੀਣ ਲਈ ਬੈਠ ਗਏ। ਸ਼ਰਾਬ ਪੀਣ ਤੋਂ ਬਾਅਦ ਉਹ ਇੰਨੇ ਵਹਿ ਗਏ ਕਿ ਉਹ ਪੂਰੀ ਤਰ੍ਹਾਂ ਹੋਸ਼ ਤੋਂ ਬਾਹਰ ਹੋ ਗਏ ਅਤੇ ਰੱਖਿਅਕ ਨੂੰ ਗੋਲੀ ਮਾਰ ਕੇ ਉਸ ਦੀ ਪਤਨੀ ਅਤੇ ਬੱਚੀ ਨੂੰ ਖੋਹ ਕੇ ਲੈ ਗਏ। ਇਨ੍ਹਾਂ ਪਾਪੀਆਂ ਨੂੰ ਉਹਨਾਂ ਦੇ ਸ਼ਰਾਬੀ ਹੋਣ ਬਾਰੇ ਕੁਝ ਪਤਾ ਨਹੀਂ ਲੱਗਾ ਅਤੇ ਉਹਨਾਂ ਨੂੰ ਨੋਚ ਕੇ ਦੋਵਾਂ ਨੂੰ ਗੋਲੀਆਂ ਨਾਲ ਭੁੰਨ ਦਿੱਤਾ ਅਤੇ ਤਿੰਨਾਂ ਦੀਆਂ ਲਾਸ਼ਾਂ ਨੂੰ ਡਾਕ ਬੰਗਲੇ ਦੇ ਪਿੱਛੇ ਦੱਬ ਦਿੱਤਾ। ਇਹ ਗੱਲ ਆਈ ਗਈ ਹੋ ਗਈ। ਕੁਝ ਦਿਨਾਂ ਬਾਅਦ ਅੰਗਰੇਜ਼ਾਂ ਨੇ ਫਿਰ ਕੈਲਾਸ਼ ਨਾਮ ਦਾ ਇੱਕ ਨਵਾਂ ਸੇਵਕ ਉੱਥੇ ਰੱਖਿਆ। ਇਸ ਪੁਰਾਣੇ ਡਾਕ ਬੰਗਲੇ ਦਾ ਨੌਕਰ ਤੇ ਉਸ ਦਾ ਪਰਿਵਾਰ ਕਿੱਥੇ ਚਲਾ ਗਿਆ, ਇਸ ਬਾਰੇ ਕਿਸੇ ਨੂੰ ਪਤਾ ਨਹੀਂ ਸੀ। ਇੱਕ ਵਾਰ ਨਵਾਂ ਨੌਕਰ ਕੈਲਾਸ਼ ਰਾਤ ਨੂੰ ਗੇਟ ਬੰਦ ਕਰਕੇ ਸੋ ਰਿਹਾ ਸੀ। ਫਿਰ ਅਚਾਨਕ ਉਹ ਜਾਗ ਪਿਆ ਕਿਉਂਕਿ ਉਸਨੇ ਮਹਿਸੂਸ ਕੀਤਾ ਕਿ ਦਰਵਾਜ਼ੇ ਤੇ ਕੋਈ ਰੋ ਰਿਹਾ ਹੈ। ਉਸਨੇ ਇੱਕ ਹੱਥ ਵਿੱਚ ਸੋਟੀ ਅਤੇ ਦੂਜੇ ਵਿੱਚ ਦੀਵਾ ਚੁੱਕਿਆ ਅਤੇ ਦਰਵਾਜ਼ੇ ਕੋਲ ਆ ਕੇ ਜ਼ੋਰ ਨਾਲ ਬੋਲਿਆ, ਕੌਣ ਹੈ? ਇੰਨੀ ਰਾਤ ਨੂੰ ਬੂਹੇ ਤੇ ਕੌਣ ਰੋ ਰਿਹਾ ਹੈ? ਉਸਨੇ ਦਰਵਾਜ਼ੇ ਤੇ ਬੈਠੀ ਇੱਕ ਮੁਟਿਆਰ ਨੂੰ ਰੋਂਦੇ ਹੋਏ ਦੇਖਿਆ। ਕੈਲਾਸ਼ ਉਸ ਲੜਕੀ ਕੋਲ ਗਿਆ ਅਤੇ ਉਸ ਦੇ ਸਿਰ ਤੇ ਹੱਥ ਰੱਖ ਕੇ ਕਿਹਾ, ਬੇਟੀ ਰੋ ਨਾ, ਅੰਦਰ ਆ ਜਾ। ਫਿਰ ਜਦੋਂ ਉਹ ਕਿਸ਼ੋਰੀ ਅੰਦਰ ਆਈ ਤਾਂ ਕੈਲਾਸ਼ ਨੇ ਉਸਨੂੰ ਪਾਣੀ ਪੀਣ ਲਈ ਦਿੰਦੇ ਹੋਏ ਪੁੱਛਿਆ ਕਿ ਤੂੰ ਕੌਣ ਹੈ ਅਤੇ ਇੰਨੀ ਦੇਰ ਰਾਤ ਇਸ ਜੰਗਲ ਵਿੱਚ ਇਕੱਲੀ ਕਿਉਂ ਘੁੰਮ ਰਹੀ ਹੈ? ਕੈਲਾਸ਼ ਦੀਆਂ ਇੰਨੀਆਂ ਗੱਲਾਂ ਸੁਣ ਕੇ ਕੁੜੀ ਗੁੱਸੇ ਵਿੱਚ ਆ ਗਈ। ਕੁਝ ਦੇਰ ਉੱਚੀ ਰੋਣ ਤੋਂ ਬਾਅਦ ਉਹ ਥੋੜਾ ਸ਼ਾਂਤ ਹੋਈ ਅਤੇ ਕੈਲਾਸ਼ ਨੂੰ ਦੱਸਿਆ ਕਿ ਉਹ ਇੱਕ ਡਾਕ ਬੰਗਲੇ ਦੇ ਪਹਿਲੇ ਨੌਕਰ ਦੀ ਧੀ ਹੈ। ਫਿਰ ਉਸਨੇ ਇਹ ਵੀ ਦੱਸਿਆ ਕਿ ਕਿਵੇਂ 4-5 ਅੰਗਰੇਜ਼ ਸ਼ਿਕਾਰੀਆਂ ਨੇ ਉਸਦੇ ਪਿਤਾ ਨੂੰ ਮਾਰ ਦਿੱਤਾ ਅਤੇ ਫਿਰ ਉਸਦੀ ਅਤੇ ਉਸਦੀ ਮਾਂ ਦੀ ਇੱਜ਼ਤ ਖਰਾਬ ਕੀਤੀ। ਫਿਰ ਕਿਵੇਂ ਉਸਦੀ ਮਾਂ ਅਤੇ ਉਸ ਨੂੰ ਵੀ ਗੋਲੀਆਂ ਚਲਾ ਕੇ ਡਾਕ ਬੰਗਲੇ ਦੇ ਪਿੱਛੇ ਦੱਬ ਦਿੱਤਾ ਗਿਆ। ਕੈਲਾਸ਼ ਉਸ ਕਿਸ਼ੋਰੀ ਦੀ ਇੰਨੀਆਂ ਗੱਲਾਂ ਸੁਣ ਕੇ ਪੂਰੀ ਤਰ੍ਹਾਂ ਹੈਰਾਨ ਰਹਿ ਗਿਆ, ਪਰ ਨਿਡਰਤਾ ਦਿਖਾਉਂਦੇ ਹੋਏ ਪੁੱਛਿਆ ਕਿ ਅਜਿਹਾ ਕਿਵੇਂ ਹੋ ਸਕਦਾ ਹੈ? ਜੇ ਤੂੰ ਮਰ ਗਈ ਹੈ ਤਾਂ ਮੇਰੇ ਸਾਹਮਣੇ ਕਿਵੇਂ ਬੈਠੀ ਹੈ? ਜਿਵੇਂ ਹੀ ਕੈਲਾਸ਼ ਨੇ ਇਹ ਕਿਹਾ, ਲੜਕੀ ਅਚਾਨਕ ਗਾਇਬ ਹੋ ਗਈ ਅਤੇ ਇਸ ਤੋਂ ਪਹਿਲਾਂ ਕਿ ਕੈਲਾਸ਼ ਕੁਝ ਸਮਝਦਾ, ਉਸ ਨੂੰ ਕਮਰੇ ਦੀ ਕੰਧ ਤੇ ਉਲਟੀ ਘੁੰਮਦੀ ਦੇਖਿਆ। ਇਹ ਨਜ਼ਾਰਾ ਦੇਖ ਕੇ ਕੈਲਾਸ਼ ਪੂਰੀ ਤਰ੍ਹਾਂ ਹੈਰਾਨ ਰਹਿ ਗਿਆ। ਫਿਰ ਅਚਾਨਕ ਉਹ ਕੁੜੀ ਆਈ ਅਤੇ ਕੈਲਾਸ਼ ਦੇ ਸਾਹਮਣੇ ਬੈਠ ਗਈ ਅਤੇ ਕਿਹਾ, ਕਾਕਾ ਡਰੋ ਨਾ, ਮੈਂ ਤੇਰਾ ਕੁਝ ਬੁਰਾ ਨਹੀਂ ਕਰਾਂਗੀ। ਹੌਲੀ ਹੌਲੀ ਕੈਲਾਸ਼ ਦਾ ਡਰ ਦੂਰ ਹੋ ਗਿਆ ਅਤੇ ਉਸਨੇ ਆਪਣੇ ਮੱਥੇ ਤੇ ਪਸੀਨੇ ਦੀਆਂ ਬੂੰਦਾਂ ਨੂੰ ਗਮਛੇ ਨਾਲ ਪੂੰਝ ਲਿਆ। ਫਿਰ ਉਸੇ ਰਾਤ ਲੜਕੀ ਨੇ ਉਸ ਨੂੰ ਉਹ ਥਾਂ ਦਿਖਾਈ ਜਿੱਥੇ ਤਿੰਨੇ ਦੱਬੇ ਹੋਏ ਸਨ। ਕੈਲਾਸ਼ ਨੇ ਉਹਨਾਂ ਤਿੰਨਾਂ ਦੇ ਪਿੰਜਰ ਨੂੰ ਕਹੀ ਨਾਲ ਖੋਦ ਕੇ ਬਾਹਰ ਕੱਢਿਆ। ਫਿਰ ਕੈਲਾਸ਼ ਨੇ ਉਸ ਕਿਸ਼ੋਰੀ ਨਾਲ ਵਾਅਦਾ ਕੀਤਾ ਕਿ ਉਹ ਉਹਨਾਂ ਅੰਗਰੇਜ਼ਾਂ ਸ਼ਿਕਾਰੀਆਂ ਦੇ ਖਿਲਾਫ ਅਦਾਲਤ ਵਿੱਚ ਜਾਵੇਗਾ ਅਤੇ ਕਿਸ਼ੋਰੀ ਨੂੰ ਇਨਸਾਫ ਦਿਲਾਵੇਗਾ। ਕੈਲਾਸ਼ ਦੀਆਂ ਗੱਲਾਂ ਸੁਣ ਕੇ ਕਿਸ਼ੋਰੀ ਨੇ ਰੋਂਦੇ ਹੋਏ ਕਿਹਾ ਕਿ ਕਾਕਾ, ਤੁਹਾਨੂੰ ਕੁਝ ਕਰਨ ਦੀ ਲੋੜ ਨਹੀਂ, ਮੈਂ ਬਦਲਾ ਲਵਾਂਗੀ, ਮੇਰੀ ਥੋੜੀ ਮਦਦ ਕਰੋ। ਫਿਰ ਕੀ ਸੀ? ਕਿਸ਼ੋਰੀ ਦੇ ਮੁਤਾਬਕ ਕੈਲਾਸ਼ ਨੇ ਬਿਮਾਰੀ ਦੇ ਬਹਾਨੇ ਡਾਕਖਾਨੇ ਦੀ ਨੌਕਰੀ ਛੱਡ ਦਿੱਤੀ ਅਤੇ ਉਸ ਕਿਸ਼ੋਰੀ ਨਾਲ ਕਿਤੇ ਵਾਅਦੇ ਮੁਤਾਬਕ ਉਸ ਕਿਸ਼ੋਰੀ ਦੇ ਮਾਤਾ ਪਿਤਾ ਦੀਆਂ ਹੱਡੀਆਂ ਨੂੰ ਸਾੜ ਦਿੱਤਾ ਅਤੇ ਦੋਹਾਂ ਦੇ ਨਾਂ ਤੇ ਪੂਜਾ ਵੀ ਕਰਵਾ ਦਿੱਤੀ। ਦੋਵਾਂ ਨੂੰ ਮੁਕਤੀ ਮਿਲ ਗਈ, ਪਰ ਲੜਕੀ ਦੇ ਬਿਆਨ ਮੁਤਾਬਕ ਕੈਲਾਸ਼ ਨੇ ਨਾ ਲੜਕੀ ਦੇ ਪਿੰਜਰ ਨੂੰ ਸੜਿਆ ਅਤੇ ਨਾ ਹੀ ਉਸ ਦੀ ਕੋਈ ਰਸਮ ਪੂਜਾ ਪਾਠ ਕੀਤੀ, ਕਿਉਂਕਿ ਲੜਕੀ ਨੇ ਕਿਹਾ ਸੀ ਕਿ ਜੇਕਰ ਉਸ ਦੀ ਵੀ ਪੂਜਾ ਕੀਤੀ ਜਾਵੇ ਤਾਂ ਉਹ ਵੀ ਇਸ ਭੂਤ ਪ੍ਰੇਤ ਯੋਨੀ ਤੋਂ ਮੁਕਤ ਹੋ ਜਾਵੇਗੀ।
ਅਤੇ ਫਿਰ ਉਹ ਉਹਨਾਂ ਦਰਿੰਦੇ ਲੋਕਾਂ ਤੋਂ ਬਦਲਾ ਨਹੀਂ ਲੈ ਸਕੇਗੀ। ਸਮਾਂ ਬੀਤਦਾ ਗਿਆ ਅਤੇ ਹੁਣ ਕੋਈ ਵੀ ਨਵਾਂ ਨੌਕਰ ਉਸ ਡਾਕ ਬੰਗਲੇ ਵਿੱਚ ਆਉਣ ਲਈ ਤਿਆਰ ਨਹੀਂ, ਕਿਉਂਕਿ ਕੈਲਾਸ਼ ਉੱਥੇ ਘੁੰਮਦਾ ਰਹਿੰਦਾ ਸੀ ਅਤੇ ਨਵੇਂ ਆਏ ਨੌਕਰ ਨੂੰ ਭੂਤਾਂ ਦੀਆਂ ਕਹਾਣੀਆਂ ਸੁਣਾ ਕੇ ਭਜਾ ਦਿੰਦਾ ਸੀ। ਕਈ ਵਾਰ ਉਹ ਲੜਕੀ ਆਪਣੇ ਭੂਤ ਪ੍ਰੇਤ ਕਾਰਨਾਮੇ ਨਾਲ ਨਵੇਂ ਨੌਕਰ ਨੂੰ ਡਰਾ ਦਿੰਦੀ ਸੀ, ਪਰ ਸ਼ਿਕਾਰੀਆਂ ਨੇ ਉਸ ਬੰਗਲੇ ਵਿੱਚ ਆਉਣਾ ਬੰਦ ਨਹੀਂ ਕੀਤਾ। ਉਹ ਆ ਕੇ ਆਪਣਾ ਪ੍ਰਬੰਧ ਕਰ ਲੈਂਦੇ ਸਨ, ਪਰ ਜਿਹੜਾ ਹੁਣ ਆਉਂਦਾ ਹੈ ਉਹ ਵਾਪਸ ਨਹੀਂ ਜਾਂਦਾ, ਕਿਉਂਕਿ ਉਸ ਡਾਕ ਬੰਗਲੇ ਵਿੱਚ ਰਹਿਣ ਵਾਲਾ ਹਰ ਅੰਗਰੇਜ਼ ਸ਼ਿਕਾਰੀ ਉਸ ਕੁੜੀ ਦਾ ਸ਼ਿਕਾਰ ਹੋ ਜਾਂਦਾ ਸੀ। ਕਈ ਵਾਰ ਅਜਿਹਾ ਹੁੰਦਾ ਕਿ ਕੁੜੀ ਕਿਸੇ ਅੰਗਰੇਜ਼ ਸ਼ਿਕਾਰੀ ਨੂੰ ਆਪਣੇ ਲਟਕੇ ਝਟਕੇ ਵਿੱਚ ਫਸਾ ਕੇ ਡਾਕ ਬੰਗਲੇ ਵਿੱਚ ਲੈ ਆਉਂਦੀ ਅਤੇ ਰਾਤ ਨੂੰ ਉਸ ਦੇ ਅਸਲੀ ਰੂਪ ਵਿੱਚ ਆ ਜਾਂਦੀ ਅਤੇ ਉਸ ਅੰਗਰੇਜ਼ ਨੂੰ ਡਰਾ ਧਮਕਾ ਕੇ ਮਾਰ ਕੇ ਉਸ ਦਾ ਖੂਨ ਪੀ ਲੈਂਦੀ। ਇਹ ਸਿਲਸਿਲਾ ਚੱਲਦਾ ਰਿਹਾ ਅਤੇ ਉਸ ਡਾਕ ਬੰਗਲੇ ਵਿੱਚ ਮਰਨ ਵਾਲੇ ਅੰਗਰੇਜ਼ ਸ਼ਿਕਾਰੀਆਂ ਦੀ ਮੌਤ ਇੱਕ ਰਹੱਸ ਬਣ ਗਈ। ਅੰਗਰੇਜ਼ ਅਫਸਰਾਂ ਦੀਆਂ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਕਾਤਲ ਫੜੇ ਨਹੀਂ ਗਏ ਤੇ ਅੰਗਰੇਜ਼ ਸ਼ਿਕਾਰੀਆਂ ਤੇ ਅਫਸਰਾਂ ਦੀ ਮੌਤ ਦਾ ਕਾਰਨ ਪਤਾ ਨਹੀਂ ਲੱਗਾ। ਹੌਲੀ-ਹੌਲੀ ਇਹ ਖਬਰ ਆਲੇ ਦੁਆਲੇ ਦੇ ਇਲਾਕਿਆਂ ਵਿੱਚ ਅੰਗਰੇਜ਼ ਸ਼ਿਕਾਰੀਆਂ ਆਦਿਆਂ ਵਿੱਚ ਫੈਲ ਗਈ ਕਿ ਪੁਰਾਣੇ ਡਾਕ ਬੰਗਲੇ ਵਿੱਚ ਠਹਿਰਨ ਵਾਲੇ ਹਰ ਸ਼ਿਕਾਰੀ ਦੀ ਰਾਤ ਹੁੰਦੀ ਹੈ, ਪਰ ਉਸ ਨੂੰ ਦੂਜੇ ਦਿਨ ਦਾ ਸੂਰਜ ਨਹੀਂ ਆਉਂਦਾ। 2-3 ਸਾਲ ਹੋਰ ਬੀਤ ਗਏ ਅਤੇ ਹੁਣ ਉਹ ਡਾਕ ਬੰਗਲਾ ਖੰਡਰ ਹੋ ਚੁੱਕਾ ਸੀ, ਕਿਉਂਕਿ ਹੁਣ ਉੱਥੇ ਰਹਿਣ ਦੀ ਕਿਸੇ ਦੀ ਹਿੰਮਤ ਨਹੀਂ ਸੀ। ਪਰ ਉਹ ਅਲੜ ਪੂਤਨੀ ਜੋ ਹੁਣ ਮੁਟਿਆਰ ਬਣ ਚੁੱਕੀ ਸੀ, ਉਸੇ ਡਾਕ ਬੰਗਲੇ ਵਿੱਚ ਆਪਣੇ ਕਾਤਲਾਂ ਦੀ ਉਡੀਕ ਵਿੱਚ ਸੀ। ਦਿਨ ਵੇਲੇ ਉੱਥੇ ਆਉਣ ਜਾਣ ਵਾਲੇ ਲੋਕ ਉਸ ਨੂੰ ਮਹਿਸੂਸ ਕਰਦੇ ਸਨ, ਕਿਉਂਕਿ ਉਹ ਲਗਾਤਾਰ ਰੋਂਦੀ ਰਹਿੰਦੀ ਸੀ, ਪਰ ਕੋਈ ਉਸ ਨੂੰ ਦੇਖ ਨਹੀਂ ਸਕਦਾ ਸੀ। ਇੱਕ ਵਾਰ ਉਹ ਨੌਜਵਾਨ ਪੂਤਨੀ ਉਸ ਜੰਗਲ ਵਿੱਚ ਰਹਿੰਦੇ ਇੱਕ ਨੌਜਵਾਨ ਭੂਤ ਅਤੇ ਨੌਜਵਾਨ ਭੂਤਨੀ ਦੇ ਸੰਪਰਕ ਵਿੱਚ ਆਈ। ਇਹ ਦੋਵੇਂ ਆਦੀਵਾਸੀ ਸਨ ਅਤੇ ਜੰਗਲ ਵਿੱਚ ਲੱਕੜਾਂ ਕੱਟਦੇ ਸਮੇਂ ਇੱਕ ਅੰਗਰੇਜ਼ ਸ਼ਿਕਾਰੀ ਦਾ ਸ਼ਿਕਾਰ ਹੋ ਗਏ ਸਨ। ਨੌਜਵਾਨ ਭੂਤਨੀ ਉਹਨਾਂ ਦੋਨਾਂ ਨੂੰ ਲੈ ਕੇ ਸ਼ਹਿਰ ਨੂੰ ਚਲੀ ਗਈ। ਨੌਜਵਾਨ ਭੂਤਨੀ ਆਪਣੇ ਕਾਤਲਾਂ ਦੀ ਭਾਲ ਵਿੱਚ 2 ਭੂਤਾਂ ਨਾਲ ਸ਼ਹਿਰ ਵਿੱਚ ਘੁੰਮਦੀ ਰਹੀ। ਉਸਨੇ 2-3 ਦਿਨਾਂ ਦੀ ਸਖਤ ਮਿਹਨਤ ਤੋਂ ਬਾਅਦ ਹੀ ਆਪਣੇ ਕਾਤਲਾਂ ਨੂੰ ਪਛਾਣ ਲਿਆ। ਇੱਕ ਦਿਨ ਸ਼ਾਮ ਨੂੰ ਉਹ ਇੱਕ ਬਹੁਤ ਹੀ ਸੁੰਦਰ ਕੁੜੀ ਦੇ ਰੂਪ ਵਿੱਚ ਇੱਕ ਕਾਤਲ ਅੰਗਰੇਜ਼ ਸ਼ਿਕਾਰੀ ਦੇ ਘਰ ਗਈ। ਉਸ ਅੰਗਰੇਜ਼ ਤੋਂ ਬਿਨਾਂ ਕਰ ਕੋਈ ਨਹੀਂ ਸੀ। ਫਿਰ ਉਸਨੇ ਬਹੁਤ ਸਾਰੇ ਝਟਕੇ ਦਿਖਾਏ ਅਤੇ ਉਸ ਅੰਗਰੇਜ਼ ਨੂੰ ਆਪਣੇ ਸੁੰਦਰਤਾ ਵਿੱਚ ਫਸਾਇਆ। ਜੇ ਰੂਪ ਸੁੰਦਰ ਹੈ ਤਾਂ ਚੰਗੇ ਤੋਂ ਚੰਗੇ ਲੋਕਾਂ ਨੂੰ ਫਸਣ ਵਿੱਚ ਦੇਰ ਨਹੀਂ ਲੱਗਦੀ। ਵਿਉਂਤ ਅਨੁਸਾਰ ਦੂਜੇ ਦਿਨ ਵੀ ਉਹ ਉਸ ਅੰਗਰੇਜ਼ ਨੂੰ ਮਿਲੀ। ਫਿਰ ਉਸ ਨੂੰ ਪੂਰੀ ਤਰ੍ਹਾਂ ਭਰੋਸੇ ਵਿੱਚ ਲੈ ਕੇ ਇੱਕ ਦਿਨ ਕਿਹਾ ਕਿ ਕਿਉਂ ਨਾ ਸ਼ਿਕਾਰ ਨੂੰ ਚੱਲੀਏ। ਅੰਗਰੇਜ਼ ਨੇ ਕਿਹਾ ਕਿ ਇਹ ਤਾਂ ਚੰਗੀ ਗੱਲ ਹੈ, ਮੇਰੇ ਕੁਝ ਦੋਸਤ ਸ਼ਿਕਾਰੀ ਹਨ, ਉਹਨਾਂ ਨੂੰ ਵੀ ਨਾਲ ਲੈ ਚੱਲੀਏ। ਫਿਰ ਕੀ ਸੀ, ਉਸ ਨੌਜਵਾਨ ਭੂਤਨੀ ਨੇ ਉਸ ਅੰਗਰੇਜ਼ ਨੂੰ ਦੱਸਿਆ ਕਿ ਮੇਰੀ ਇੱਕ ਹੋਰ ਸਹੇਲੀ ਹੈ, ਉਹ ਵੀ ਬਹੁਤ ਸੋਹਣੀ ਹੈ ਅਤੇ ਸ਼ਿਕਾਰ ਤੇ ਜਾਣਾ ਚਾਹੁੰਦੀ ਹੈ। ਫਿਰ ਅਗਲੇ ਦਿਨ ਉਸ ਨੌਜਵਾਨ ਭੂਤਨੀ ਨੇ ਅੰਗਰੇਜ਼ ਸ਼ਿਕਾਰੀ ਨੂੰ ਇੱਕ ਹੋਰ ਨੌਜਵਾਨ ਭੂਤਨੀ ਨਾਲ ਮਿਲਾਇਆ ਜੋ ਉਸ ਦੇ ਨਾਲ ਆਈ ਸੀ। ਹੁਣ ਅੰਗਰੇਜ਼ ਉਸ ਭੂਤਨੀ ਦੇ ਭਰਮ ਅਤੇ ਮਾਇਆ ਜਾਲ ਦੇ ਵਿੱਚ ਪੂਰੀ ਤਰ੍ਹਾਂ ਫਸ ਗਿਆ ਸੀ। ਇੱਕ ਦਿਨ ਸਵੇਰੇ ਉਹ ਆਪਣੇ ਪੁਰਾਣੇ ਦੋਸਤ ਨਾਲ ਜੰਗਲ ਨੂੰ ਗਿਆ। ਸਾਰਾ ਦਿਨ ਸ਼ਿਕਾਰ ਕਰਦੇ ਰਹੇ ਅਤੇ ਖੂਬ ਮਸਤੀ ਕੀਤੀ। ਜਦੋਂ ਸ਼ਾਮ ਹੋਈ ਤਾਂ ਅੰਗਰੇਜ਼ ਸ਼ਿਕਾਰੀਆਂ ਨੇ ਕਿਹਾ ਕਿ ਹੁਣ ਤਾਂ ਸੂਰਜ ਡੁੱਬਣ ਲੱਗ ਪਿਆ ਹੈ, ਕਿਉਂ ਨਾ ਅਸੀਂ ਸ਼ਹਿਰ ਵਾਪਸ ਚੱਲੀਏ। ਅੰਗਰੇਜ਼ ਦੀ ਗੱਲ ਸੁਣ ਕੇ ਉਸ ਨੌਜਵਾਨ ਭੂਤਨੀ ਨੇ ਕਿਹਾ, ਨਹੀਂ, ਅੱਜ ਰਾਤ ਅਸੀਂ ਇੱਥੇ ਰੁਕ ਕੇ ਜੰਗਲ ਦਾ ਆਨੰਦ ਮਾਣਦੇ ਹਾਂ। ਪਰ ਇੱਕ ਅੰਗਰੇਜ਼ ਸ਼ਿਕਾਰੀ ਨੇ ਕਿਹਾ ਕਿ ਅਸੀਂ ਡਾਕ ਬੰਗਲਾ ਪਹਿਲਾਂ ਤੋਂ ਬੁੱਕ ਨਹੀਂ ਕਰਵਾਇਆ, ਅਸੀਂ ਕਿੱਥੇ ਰਹਾਂਗੇ। ਫਿਰ ਕੀ ਸੀ, ਉਸ ਨੌਜਵਾਨ ਭੂਤਨੀ ਨੇ ਮੁਸਕਰਾ ਕੇ ਕਿਹਾ ਕਿ ਇਸ ਜੰਗਲ ਦੇ ਦੂਜੇ ਪਾਸੇ ਮੇਰੇ ਇੱਕ ਆਦੀਵਾਸੀ ਮਿੱਤਰ ਦੀ ਝੋਪੜੀ ਹੈ, ਅਸੀਂ ਉੱਥੇ ਰਾਤ ਕੱਟਾਂਗੇ ਅਤੇ ਬਹੁਤ ਮਸਤੀ ਕਰਾਂਗੇ। ਹੁਣ ਅਜਿਹਾ ਹੋਇਆ ਕਿ ਉਸ ਨੌਜਵਾਨ ਭੂਤਨੀ ਦੀ ਵਿਉਂਤ ਅਨੁਸਾਰ ਉਸ ਦੇ ਦੋਸਤ ਨੌਜਵਾਨ ਭੂਤ ਨੇ ਇੱਕ ਝੋਪੜੀ ਤਿਆਰ ਕੀਤੀ। ਉਸ ਵਿੱਚ ਐਸ਼ੋ ਆਰਾਮ ਦੀਆਂ ਸਾਰੀਆਂ ਚੀਜ਼ਾਂ ਵੀ ਰੱਖੀਆਂ ਸਨ। ਇਹ ਅੰਗਰੇਜ਼ ਉਹਨਾਂ ਦੋਹਾਂ ਜਵਾਨ ਭੂਤਨੀਆਂ ਨਾਲ ਉਸ ਝੋਪੜੀ ਦੇ ਪਹੁੰਚ ਗਏ। ਇਨ੍ਹਾਂ ਅੰਗਰੇਜ਼ ਸ਼ਿਕਾਰੀਆਂ ਨੂੰ ਉਸ ਝੋਪੜੀ ਦੀ ਹਾਲਤ ਦੇਖ ਕੇ ਅਜੀਬ ਲੱਗਾ, ਕਿਉਂਕਿ ਉਸ ਝੋਪੜੀ ਵਿੱਚ ਪੈਲੇਸ, ਵੱਡੇ ਹੋਟਲ ਵਰਗੇ ਪ੍ਰਬੰਧ ਸਨ। ਰਾਤ ਨੂੰ ਪਾਰਟੀ ਸ਼ੁਰੂ ਹੋਈ ਅਤੇ ਉਸੇ ਸਮੇਂ ਅੰਗਰੇਜ਼ ਅਫਸਰਾਂ ਦੀ ਸਿੱਟੀ ਪਿੱਟੀ ਗੁੰਮ ਹੋ ਗਈ ਸੀ, ਕਿਉਂਕਿ ਪਹਿਲਾਂ ਤਾਂ ਉਹ 2 ਜਵਾਨ ਭੂਤਨੀਆਂ ਜੋ ਦੇਖਣ ਵਿੱਚ ਬਹੁਤ ਸੁੰਦਰ ਲੱਗ ਰਹੀਆਂ ਸਨ, ਅਚਾਨਕ ਉਹਨਾਂ ਨੇ ਇੱਕ ਬਹੁਤ ਹੀ ਡਰਾਵਨਾ ਰੂਪ ਧਾਰਨ ਕਰ ਲਿਆ। ਐਸਾ ਰੂਪ ਜੋ ਅੱਛੇ ਤੋਂ ਅੱਛੇ ਦੀ ਪੈਂਟ ਗਿੱਲੀ ਕਰ ਦੇ। ਫਿਰ ਕੀ ਸੀ, ਉਹ ਭੂਤਨੀਆਂ ਗਲਾਸ ਵਿੱਚ ਲਹੂ ਲਿਆ ਕੇ ਅੰਗਰੇਜ਼ਾਂ ਨੂੰ ਪਿਲਾਉਣ ਲੱਗੀਆਂ। ਕਿਸੇ ਵੀ ਅੰਗਰੇਜ਼ ਵਿੱਚ ਅਜਿਹਾ ਨਾ ਕਰਨ ਦੀ ਹਿੰਮਤ ਨਹੀਂ ਸੀ,
ਕਿਉਂਕਿ ਉਹ ਸਾਰੇ ਪੂਰੀ ਤਰ੍ਹਾਂ ਡਰੇ ਹੋਏ ਸਨ ਅਤੇ ਕੰਬ ਰਹੇ ਸਨ। ਅਚਾਨਕ ਆਦੀਵਾਸੀ ਨੌਜਵਾਨ ਭੂਤ ਵੀ ਭਿਆਨਕ ਰੂਪ ਵਿੱਚ ਆ ਗਿਆ ਅਤੇ ਅਚਾਨਕ ਛਾਲ ਮਾਰ ਕੇ ਨੇੜੇ ਦੇ ਇੱਕ ਸੰਘਣੇ ਦਰਖਤ ਦੀ ਮੋਟੀ ਟਾਹਣੀ ਨੂੰ ਇੰਨੇ ਜ਼ੋਰ ਨਾਲ ਖਿੱਚਿਆ ਕਿ ਦਰਾੜ ਦੀ ਆਵਾਜ਼ ਨਾਲ ਉਹ ਟੁੱਟ ਗਿਆ। ਉਸ ਤੋਂ ਬਾਅਦ ਉਸ ਭੂਤ ਨੇ ਉਹਨਾਂ ਅੰਗਰੇਜ਼ ਸ਼ਿਕਾਰੀਆਂ ਵਿੱਚੋਂ ਇੱਕ ਨੂੰ ਫੜ ਲਿਆ, ਉਸ ਨੂੰ ਪੈਰਾਂ ਹੇਠ ਦਬਾ ਲਿਆ, ਉਸ ਦੇ ਟੁਕੜੇ ਟੁਕੜੇ ਕਰ ਦਿੱਤੇ ਅਤੇ ਉਸ ਦਾ ਖੂਨ ਪੀਣ ਲੱਗ ਪਿਆ। ਉਸ ਦਾ ਲਹੂ ਪੀਂਦਾ ਦੇਖ ਕੇ ਦੋਵੇਂ ਭੂਤਨੀਆਂ ਵੀ ਲੰਬੀ ਲੰਬੀ ਜੀਭ ਕੱਢ ਕੇ ਉਸ ਦਾ ਖੂਨ ਪੀਣ ਵਿੱਚ ਸਾਥ ਦੇਣ ਲੱਗੀਆਂ ਅਤੇ ਨਾਲ ਹੀ ਆਪਣੇ ਵੱਡੇ ਵੱਡੇ ਨੌਹਾਂ ਨਾਲ ਉਸ ਦੇ ਸਰੀਰ ਨੂੰ ਥਾਂ ਥਾਂ ਤੋਂ ਫਾੜਨ ਲੱਗੀਆਂ। ਉਹ ਜਵਾਨ ਭੂਤਨੀ ਇੱਕ ਭਿਆਨਕ ਆਵਾਜ਼ ਕੱਢਦੀ ਹੋਈ ਇੱਕ ਹੋਰ ਅੰਗਰੇਜ਼ ਸ਼ਿਕਾਰੀ ਕੋਲ ਭੱਜੀ ਅਤੇ ਉਸ ਦੀਆਂ ਅੱਖਾਂ ਵਿੱਚ ਭਿਆਨਕ ਡਰਾਉਣੇ ਬਰਛੇ ਵਰਗੇ ਨੋਹ ਪਾ ਕੇ ਉਸ ਦੀਆਂ ਦੋਵੇਂ ਅੱਖਾਂ ਕੱਢ ਕੇ ਖਾ ਗਈ। ਇਸ ਤੋਂ ਬਾਅਦ ਉਹਨਾਂ ਤਿੰਨਾਂ ਭੂਤਾਂ ਪ੍ਰੇਤਾਂ ਨੇ ਇੱਕ ਇੱਕ ਕਰਕੇ ਸਾਰੇ ਅੰਗਰੇਜ਼ ਸ਼ਿਕਾਰੀਆਂ ਨੂੰ ਮਾਰ ਦਿੱਤਾ। ਦੂਜੇ ਦਿਨ ਉਹਨਾਂ ਅੰਗਰੇਜ਼ਾਂ ਦੀ ਭਾਲ ਵਿੱਚ ਨਿਕਲੇ ਅੰਗਰੇਜ਼ ਅਫਸਰਾਂ ਨੂੰ ਅਜਿਹੀਆਂ ਭਿਅੰਕਰ ਲਾਸ਼ਾਂ ਮਿਲੀਆਂ ਜਿਨ੍ਹਾਂ ਨੂੰ ਦੇਖ ਕੇ ਬਹੁਤ ਡਰ ਲੱਗਦਾ ਸੀ। ਉਹਨਾਂ ਨੂੰ ਇਸ ਤਰ੍ਹਾਂ ਨੋਚਿਆ ਗਿਆ ਸੀ ਕਿ ਲੱਗਦਾ ਸੀ ਕਿ ਇਹ ਕਿਸੇ ਮਨੁੱਖ ਜਾਂ ਜਾਨਵਰ ਦਾ ਕੰਮ ਨਹੀਂ ਹੋ ਸਕਦਾ। ਕੈਲਾਸ਼ ਨੂੰ ਸਭ ਪਤਾ ਸੀ ਪਰ ਉਸਨੇ ਕਿਸੇ ਨੂੰ ਕੁਝ ਨਹੀਂ ਦੱਸਿਆ। ਫਿਰ ਇੱਕ ਦਿਨ ਸਮਾਂ ਕੱਢ ਕੇ ਗੁਪਤ ਰੂਪ ਵਿੱਚ ਕੈਲਾਸ਼ ਨੇ ਉਸ ਨੌਜਵਾਨ ਭੂਤਨੀ ਦੇ ਪਿੰਜਰ ਨੂੰ ਵੀ ਸਾੜ ਦਿੱਤਾ ਅਤੇ ਉਸ ਦੀ ਮੁਕਤੀ ਲਈ ਪੂਜਾ ਕੀਤੀ। ਦੋਸਤੋ, ਇਹ ਇੱਕ ਕਾਲਪਨਿਕ ਕਹਾਣੀ ਹੈ ਪਰ ਇਹ ਇੱਕ ਹਕੀਕਤ ਵੀ ਹੋ ਸਕਦੀ ਹੈ ਉਹਨਾਂ ਲੋਕਾਂ ਲਈ ਜੋ ਆਪਣੀ ਤਾਕਤ ਕਨੈਕਸ਼ਨਾਂ ਦਾ ਨਜਾਇਜ਼ ਫਾਇਦਾ ਉਠਾਉਂਦੇ ਹਨ ਅਤੇ ਗਲਤ ਕੰਮ ਕਰਦੇ ਹਨ ਅਤੇ ਉਹਨਾਂ ਨੂੰ ਲੱਗਦਾ ਹੈ ਕਿ ਕੋਈ ਉਹਨਾਂ ਨੂੰ ਸਜ਼ਾ ਵੀ ਨਹੀਂ ਦੇ ਸਕਦਾ। ਹਮੇਸ਼ਾ ਉਹੀ ਕੰਮ ਕਰੋ ਜੋ ਤੁਸੀਂ ਚਾਹੁੰਦੇ ਹੋ ਕਿ ਦੂਸਰੇ ਤੁਹਾਡੇ ਅਤੇ ਤੁਹਾਡੇ ਅਜੀਜ਼ਾਂ ਪ੍ਰਤੀ ਕਰਨ। ਜੇਕਰ ਤੁਸੀਂ ਇੱਕ ਘਰ ਦੀ ਡਰਾਵਨੀ ਕਹਾਣੀ ਸੁਣਨਾ ਚਾਹੁੰਦੇ ਹੋ ਤਾਂ ਸੱਜੇ ਪਾਸੇ ਕਲਿੱਕ ਕਰੋ ਅਤੇ ਜੇਕਰ ਤੁਸੀਂ ਸਾਡੀ ਨਵੀਂ ਡਰਾਵਨੀ ਕਹਾਣੀ ਸੁਣਨਾ ਚਾਹੁੰਦੇ ਹੋ ਤਾਂ ਖੱਬੇ ਪਾਸੇ ਕਲਿੱਕ ਕਰਨਾ ਨਾ ਭੁੱਲੋ। ਤਦ ਤੱਕ ਲਈ ਮੈਂ ਗੁਰਮੀਤ ਤੁਹਾਨੂੰ ਅਲਵਿਦਾ ਕਹਿਣਾ ਹਾਂ। ਜਲਦੀ ਹੀ ਫਿਰ ਮਿਲਦੇ ਹਾਂ। ਗੁੱਡ ਬਾਏ।